ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਸਾਡੇ ਉੱਪਰ ਹੋਈ ਹੈ, ਜੋ ਕਿ ਸੰਧਿਆ ਦੇ ਵੇਲੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕਰਕੇ ਆਪਾਂ ਸਾਰੀ ਸੰਗਤ ਇਸ ਮਾਨਸ ਜੀਵਨ ਦਾ ਲਾਹਾ ਖੱਟ ਰਹੇ ਹਾਂ। ਗੁਰਮੁਖ ਪਿਆਰਿਓ, ਸਤਿਗੁਰ ਗੁਰਬਾਣੀ ਅੰਦਰ ਸਾਨੂੰ ਇਹੀ ਸਮਝਾ ਰਹੇ ਹਨ ਕਿ ਇਹ ਜੋ ਸੰਸਾਰ ਦੇ ਵਿੱਚ ਮਾਨਸ ਜੀਵਨ ਅਸੀਂ ਲੈ ਕੇ ਆਏ ਹਾਂ, ਇਹ ਮਾਨਸ ਜੀਵਨ ਸਾਨੂੰ ਲਾਹਾ ਲੈਣ ਵਾਸਤੇ ਮਿਲਿਆ। ਇਹ ਲਾਹਾ ਲੈਣ ਵਾਸਤੇ ਅਸੀਂ ਸੰਸਾਰ ਵਿੱਚ ਆਏ। ਜੋ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜੋ ਸਮਾਂ ਸਾਨੂੰ ਗੁਰਮੁਖ ਪਿਆਰਿਓ ਪ੍ਰਾਪਤ ਹੋਇਆ ਮਿਲਿਆ, ਬੜੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਸਤਿਗੁਰ ਦੇ ਚਰਨਾਂ ਵਿੱਚ, ਪਰਮਾਤਮਾ ਨਿਰੰਕਾਰ ਦੇ ਚਰਨਾਂ ਵਿੱਚ ਕਰਨ ਤੋਂ ਬਾਅਦ ਸਾਨੂੰ ਇਹ ਮਾਨਸ ਜੀਵਨ ਗੁਰਮੁਖੋਂ ਪ੍ਰਾਪਤ ਹੋਇਆ। ਹੁਣ ਮਾਨਸ ਜਨਮ ਲੈ ਕੇ ਅਸੀਂ ਸੰਸਾਰ ਵਿੱਚ ਜਦੋਂ ਆ ਗਏ, ਇਹ ਸੰਸਾਰ ਵਿੱਚ ਆ ਕੇ ਗੁਰਮੁਖ ਪਿਆਰਿਓ ਅਸੀਂ ਇਸ ਮਾਨਸ ਜੀਵਨ ਦਾ ਲਾਹਾ ਭੁੱਲ ਗਏ। ਇਸ ਮਾਨਸ ਜੀਵਨ ਦੇ ਵਿੱਚ ਆ ਕੇ ਅਸੀਂ ਜਨਮ ਪ੍ਰਾਪਤ ਕਰ ਲਿਆ, ਪਰ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੁਆਰਾ ਸਾਨੂੰ ਸਮਝਾਉਂਦੇ ਕਿ ਜਨਮ ਤਾਂ ਅਸੀਂ ਇਹ ਮਾਨਸ ਪ੍ਰਾਪਤ ਕਰ ਲਿਆ, ਪਰ ਮਾਨਸ ਜਨਮ ਪ੍ਰਾਪਤ ਕਰਨ ਤੋਂ ਬਾਅਦ ਇਹਦੇ ਵਿੱਚ ਪਾਤਸ਼ਾਹ ਕਹਿੰਦੇ ਕੋਈ ਭਲੇ ਦਾ ਕਰਮ ਨਹੀਂ ਅਸੀਂ ਕਰ ਸਕੇ। ਇਹਦੇ ਅੰਦਰ ਅਸੀਂ ਆਪਣੇ ਆਪ ਦਾ ਭਲਾ ਨਹੀਂ ਕਰ ਸਕੇ, ਕੋਈ ਭਲੇ ਦਾ ਕਰਮ ਨਹੀਂ ਕਰ ਸਕੇ, ਜਿਸ ਨੂੰ ਕਰਨ ਦੇ ਨਾਲ ਸਾਡਾ ਇਹ ਮਾਨਸ ਜਨਮ ਗੁਰਮੁਖ ਪਿਆਰਿਓ ਸਫਲ ਹੋ ਜਾਂਦਾ। ਸਤਿਗੁਰ ਗੁਰਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ, ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋਂ। ਜਨਮ ਤਾਂ ਪਾਲਿਆ, ਪਰ ਪਾਤਸ਼ਾਹ ਕਹਿੰਦੇ ਭਲਾ ਨਹੀਂ ਕੋਈ ਕੀਤਾ, ਇਹਦੇ ਵਿੱਚ ਭਲੇ ਦਾ ਕਰਮ ਨਹੀਂ ਕੀਤਾ। ਜੋ ਹਰ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਹਨ ਕਿ ਕੋਈ ਜਪ ਨਹੀਂ ਇਹਦੇ ਅੰਦਰ ਕਰ ਰਹੇ, ਕੋਈ ਤਪ ਨਹੀਂ ਇਹਦੇ ਅੰਦਰ ਕਰ ਰਹੇ, ਕੋਈ ਸਾਡੇ ਜੀਵਨ ਦੇ ਅੰਦਰ ਸੰਜਮ ਨਹੀਂ ਆ ਸਕਿਆ। ਇਹ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਗਿਆਨ ਸਾਡਾ ਮਨ ਗੁਰਮੁਖ ਪਿਆਰਿਓ ਭੁੱਲ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸੰਜਮ ਨਹੀਂ, ਕੋਈ ਧਰਮ ਦੀ ਕਮਾਈ ਨਹੀਂ ਕਰ ਰਹੇ, ਸਮਝ ਨਹੀਂ ਰਹੇ ਸਤਿਗੁਰ ਦੀ ਬਾਣੀ ਦੁਆਰਾ ਵੀ ਧਰਮ ਹੈ ਕਿ ਕਿਸ ਤਰ੍ਹਾਂ ਜਪ ਤਪ ਕਰਕੇ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਣ ਦੀ ਜੋ ਸਾਨੂੰ ਇਹ ਵਾਰੀ ਮਿਲੀ ਹੈ, ਮੌਕਾ ਮਿਲਿਆ, ਇਸ ਦਾ ਲਾਹਾ ਅਸੀਂ ਖੱਟਣਾ ਸੀ। ਪਰ ਗੁਰਮੁਖ ਪਿਆਰਿਓ, ਇਸ ਸੰਸਾਰ ਵਿੱਚ ਆਣ ਕੇ ਭੁੱਲ ਗਿਆ ਸਾਡਾ ਮਨ, ਜੋ ਹਰ ਰੋਜ਼ ਪਾਵਨ ਬਾਣੀ ਰਹਿਰਾਸ ਸਾਹਿਬ ਦੇ ਅੰਦਰ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਹਨ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਐਸੇ ਕਰਮ ਸਾਡੇ ਨੀਚ ਸੰਸਾਰ ਦੇ ਅੰਦਰ ਆਣ ਕੇ ਹੋ ਗਏ। ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸੰਜਮ ਨਹੀਂ ਸਾਡੇ ਜੀਵਨ ਅੰਦਰ ਆ ਸਕਿਆ। ਇਸ ਜੀਵਨ ਦੇ ਅੰਦਰ ਵਿਚਰਦਿਆਂ ਹੋਇਆਂ ਗੁਰਮੁਖੋ ਗਿਆਨ ਸਾਡਾ ਮਨ ਭੁੱਲ ਗਿਆ। ਹੁਣ ਕਿਹੜਾ ਗਿਆਨ ਭੁੱਲਿਆ? ਆਪਾਂ ਆਖਾਂਗੇ ਵੀ ਸਾਨੂੰ ਤਾਂ ਜੀ ਸਾਰਾ ਗਿਆਨ ਹੈ, ਔਰ ਜੇ ਗੁਰਬਾਣੀ ਦੁਆਰਾ ਸਾਨੂੰ ਪੁੱਛਿਆ ਜਾਵੇ ਕਿ ਕੀ ਤੁਹਾਨੂੰ ਗਿਆਨ ਉਹ ਆ ਸਕਿਆ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ, ਕੀ ਲੈਣ ਵਾਸਤੇ ਆਏ, ਤੁਹਾਡਾ ਇਸ ਸੰਸਾਰ ਵਿੱਚ ਆਣ ਕੇ ਘਰ ਕਿਹੜਾ ਹੈ, ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ, ਕਿ ਇਸ ਗੱਲ ਦਾ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਆਇਆ? ਕਿਉਂਕਿ ਗੁਰਮੁਖੋ ਸਤਿਗੁਰੂ ਗੁਰਬਾਣੀ ਅੰਦਰ ਸਮਝਾ ਰਹੇ ਨੇ ਵੀ ਇੱਕ ਤਾਂ ਭਾਈ ਗਿਆਨ ਹੈ ਬਾਹਰਲਾ, ਜਿਹੜਾ ਅਸੀਂ ਸਾਰੇ ਸੰਸਾਰ ਵਿੱਚ ਲੈ ਕੇ ਚੱਲ ਰਹੇ ਹਾਂ, ਉਹ ਹੈ ਗੁਰਮੁਖ ਪਿਆਰਿਓ ਸਾਡੇ ਸਰੀਰ ਦਾ ਗਿਆਨ, ਸਾਡੇ ਇਸ ਤਨ ਦਾ ਗਿਆਨ, ਕਿ ਇਸ ਤਨ ਨੂੰ, ਸਰੀਰ ਨੂੰ ਅਸੀਂ ਕਿਵੇਂ ਇਸ਼ਨਾਨ ਕਰਾਉਣਾ ਹੈ, ਕਿਵੇਂ ਇਸ ਤਨ ਨੂੰ ਅਸੀਂ ਭੋਜਨ ਛਕਾਉਣਾ ਹੈ, ਕਿਵੇਂ ਇਸ ਤਨ ਨੂੰ ਅਸੀਂ ਕੱਪੜਾ ਪਹਿਨਾਉਣਾ ਹੈ, ਇਸ ਤਨ ਨੂੰ, ਸਰੀਰ ਨੂੰ ਕਿਵੇਂ ਸਵਾਰਨਾ ਹੈ, ਸ਼ਿੰਗਾਰਨਾ ਹੈ, ਇਸ ਤਨ ਵਾਸਤੇ ਕਿਵੇਂ ਅਸੀਂ ਸੰਸਾਰ ਦਾ ਧਨ ਦੌਲਤ ਕਮਾਉਣਾ ਹੈ, ਇਸ ਸਰੀਰ ਵਾਸਤੇ ਕਿਵੇਂ ਅਸੀਂ ਘਰ-ਬਾਰ ਬਣਾਉਣਾ ਹੈ,
ਗੁਰਮੁਖ ਪਿਆਰਿਓ, ਇਹ ਸਾਰਾ ਗਿਆਨ ਅਸੀਂ ਲੈ ਕੇ ਚੱਲ ਰਹੇ ਹਾਂ ਸੰਸਾਰ ਵਿੱਚ ਬਾਹਰਲਾ, ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਹਨ ਕਿ ਜੇ ਗਿਆਨ ਅਸੀਂ ਸੰਸਾਰ ਵਿੱਚ ਆਣ ਕੇ ਗੁਰਮੁਖੋਂ ਲਿਆ ਤੇ ਬਾਹਰਲਾ, ਜੇ ਪਾਤਸ਼ਾਹ ਕਹਿੰਦੇ ਧਿਆਨ ਸਾਡਾ ਚੱਲ ਰਿਹਾ ਹੈ ਤੇ ਗੁਰਮੁਖ ਪਿਆਰਿਓ ਧਿਆਨ ਵੀ ਸਾਰਿਆਂ ਦਾ ਸਾਡਾ ਬਾਹਰ ਹੀ ਚੱਲ ਰਿਹਾ। ਆਪਾਂ ਬਾਹਰ ਹੀ ਸੰਸਾਰ ਨੂੰ ਵੇਖ ਰਹੇ ਹਾਂ, ਬਾਹਰ ਆਪਣੇ ਪਰਿਵਾਰ ਨੂੰ ਦੇਖ ਰਹੇ ਹਾਂ, ਆਪਣੇ ਘਰ-ਬਾਰ ਨੂੰ ਦੇਖ ਰਹੇ ਹਾਂ, ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜੋ ਸਾਨੂੰ ਗੁਰਮੁਖ ਪਿਆਰਿਓ ਅੰਦਰਲਾ ਗਿਆਨ ਦਿੱਤਾ ਜਾ ਰਿਹਾ ਹੈ, ਉਹ ਗਿਆਨ ਦੀ ਥਾਂ ਤੇ ਸਾਡੇ ਅੰਦਰ ਪਾਤਸ਼ਾਹ ਕਹਿੰਦੇ ਅਗਿਆਨ ਆ ਗਿਆ। ਉਹ ਮਤ, ਉਹ ਸੋਝੀ, ਉਹ ਗਿਆਨ ਨਹੀਂ ਸਾਨੂੰ ਆ ਸਕਿਆ। ਸਤਿਗੁਰੂ ਗੁਰਬਾਣੀ ਦੁਆਰਾ ਸਮਝਾਉਂਦੇ ਹਨ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਹੀਂ। ਪਾਤਸ਼ਾਹ ਜੀ ਕਹਿੰਦੇ ਅੰਦਰ ਅਗਿਆਨ ਆ ਗਿਆ ਤੇ ਮਤ ਸਾਡੀ ਮੱਧਮ ਹੋ ਗਈ, ਸਾਨੂੰ ਮਤ ਨਹੀਂ ਰਹੀ, ਸਾਨੂੰ ਗੁਰਮੁਖੋ ਗਿਆਨ ਨਹੀਂ ਰਿਹਾ, ਸੋਝੀ ਨਹੀਂ ਰਹੀ। ਹੁਣ ਕਿੱਥੇ ਸਾਡੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ ਉਹ ਅੰਦਰਲਾ ਗਿਆਨ, ਜਿਸ ਗਿਆਨ ਨੂੰ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪ੍ਰਚੰਡ ਗਿਆਨ ਕਰ ਰਹੇ ਹਨ, ਦੱਸ ਰਹੇ ਹਨ। ਜਿੱਥੇ ਸਾਡੇ ਅੰਦਰ ਪਾਤਸ਼ਾਹ ਕਹਿੰਦੇ ਨਾਦ ਚੱਲ ਰਿਹਾ, ਜਿੱਥੇ ਸਾਡੇ ਅੰਦਰ ਉਹ ਨਾਮ ਚੱਲ ਰਿਹਾ ਹੈ, ਜਿੱਥੇ ਸਾਡੇ ਅੰਦਰ ਉਹ ਸੱਚਾ ਸ਼ਬਦ ਚੱਲ ਰਿਹਾ ਹੈ, ਤੇ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਉਹ ਨਾਦ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ, ਜੋ ਹਰ ਰੋਜ਼ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਪਾਤਸ਼ਾਹ ਦੇ ਵਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਸਮਝਾਉਣਾ ਕਰਦੇ ਹਨ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਸਾਡੇ ਸਾਰਿਆਂ ਦੇ ਘਟ ਘਟ ਵਿੱਚ ਉਹ ਨਾਦ ਵੱਜ ਰਿਹਾ, ਤੇ ਜਿੱਥੇ ਉਹ ਨਾਦ ਚੱਲ ਰਿਹਾ ਹੈ, ਜਦੋਂ ਸਾਡੀ ਸੁਰਤੀ ਪਾਤਸ਼ਾਹ ਕਹਿੰਦੇ ਉਸ ਅਸਥਾਨ ਤੇ ਪਹੁੰਚਦੀ ਹੈ, ਗੁਰਮੁਖ ਪਿਆਰਿਓ ਉਹਨੂੰ ਪਾਤਸ਼ਾਹ ਨੇ ਗੁਰਬਾਣੀ 'ਚ ਕਹਿ ਦਿੱਤਾ ਪ੍ਰਚੰਡ ਗਿਆਨ, ਜੋ ਜਪਜੀ ਸਾਹਿਬ ਦੀ ਬਾਣੀ 'ਚ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਮਹਾਰਾਜ ਜੀ ਫਰਮਾਨ ਕਰਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ। ਜਿੱਥੇ ਪਹੁੰਚ ਕੇ ਸਾਡੇ ਮਨ ਨੂੰ ਆਨੰਦ ਮਿਲਦਾ। ਪਰ ਗੁਰਮੁਖ ਪਿਆਰਿਓ, ਅਸੀਂ ਪੜ੍ਹ ਲਿਆ ਸਤਿਗੁਰ ਦੇ ਵਚਨਾਂ ਨੂੰ, ਅਸੀਂ ਪੜ੍ਹ ਲਿਆ ਸਤਿਗੁਰ ਦੀ ਬਾਣੀ ਨੂੰ, ਪਰ ਸਾਨੂੰ ਆਨੰਦ ਮਿਲਿਆ ਨਾ। ਕਿਉਂਕਿ ਸੁਰਤੀ ਜਦੋਂ ਪਾਤਸ਼ਾਹ ਕਹਿੰਦੇ ਨਾਦ ਤੱਕ ਪਹੁੰਚੇਗੀ, ਸੁਰਤੀ ਸਾਡੀ ਉਸ ਅਵਸਥਾ ਵਿੱਚ ਪਹੁੰਚੇਗੀ ਜਿੱਥੇ ਨਾਦ ਚੱਲ ਰਿਹਾ ਹੈ, ਜਿੱਥੇ ਪਾਤਸ਼ਾਹ ਕਹਿੰਦੇ ਆਨੰਦ ਹੈ। ਗੁਰਮੁਖ ਪਿਆਰਿਓ, ਫਿਰ ਸਾਡੇ ਮਨ ਨੂੰ ਆਨੰਦ ਦੀ ਪ੍ਰਾਪਤੀ ਹੋਣੀ। ਇਹਨੂੰ ਪਾਤਸ਼ਾਹ ਨੇ ਕਹਿ ਦਿੱਤਾ ਪ੍ਰਚੰਡ ਗਿਆਨ। ਇਹ ਹੈ ਗੁਰਮੁਖੋ ਅੰਦਰਲਾ ਗਿਆਨ। ਹੁਣ ਇਹ ਸਾਰਾ ਗਿਆਨ ਅੰਦਰਲਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਗੁਰਮੁਖ ਪਿਆਰਿਓ ਸਾਨੂੰ ਬਖਸ਼ਿਸ਼ ਕੀਤਾ ਜਾ ਰਿਹਾ। ਕਿੱਥੇ ਸਾਡੇ ਅੰਦਰ ਨਾਮ ਚੱਲ ਰਿਹਾ ਹੈ, ਕਿੱਥੇ ਸਾਡੇ ਅੰਦਰ ਉਹ ਸ਼ਬਦ ਵੱਜ ਰਿਹਾ ਹੈ, ਕਿੱਥੇ ਸਾਡੇ ਅੰਦਰ ਉਹ ਅੰਮ੍ਰਿਤ ਰਸ ਰੱਖਿਆ ਹੈ, ਜਿਸ ਪ੍ਰਥਾਏ ਆਪਾਂ ਗੁਰਮੁਖ ਪਿਆਰਿਆਂ ਪਾਸੋਂ ਸਤਿਗੁਰੂ ਦੇ ਪਾਵਨ ਬਚਨ ਸਰਵਣ ਕਰ ਰਹੇ ਸੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜੋ ਸਤਿਗੁਰੂ ਸਮਝਾ ਰਹੇ ਸੀ ਵੀ ਬਾਣੀ ਵਿੱਚ ਭਾਈ ਸਾਰੇ ਅੰਮ੍ਰਿਤ ਨੇ। ਹੁਣ ਗੁਰਮੁਖੋ, ਆਪਾਂ ਵਿਚਾਰਿਆ ਨਾ ਪਾਤਸ਼ਾਹ ਦੀ ਬਾਣੀ ਦੁਆਰਾ ਕਿ ਅਸੀਂ ਵੀ ਬਾਣੀ ਨੂੰ ਪੜ੍ਹ ਰਹੇ ਹਾਂ, ਅਸੀਂ ਵੀ ਬਾਣੀ ਦਾ ਪਾਠ ਰੋਜ਼ ਕਰਦੇ ਹਾਂ, ਕਰ ਰਹੇ ਹਾਂ, ਅਸੀਂ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਰੋਜ਼ ਪੜ੍ਹਦੇ ਸੁਣਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਣੀ ਵਿੱਚ ਸਾਰੇ ਅੰਮ੍ਰਿਤ ਨੇ। ਕਿ ਗੁਰਮੁਖ ਪਿਆਰਿਓ, ਵਿਚਾਰਨਾ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਮਨ ਦੁਆਰਾ ਕਿ ਕੀ ਸਾਨੂੰ ਉਹ ਅੰਮ੍ਰਿਤ ਦੀ ਪ੍ਰਾਪਤੀ ਹੋਈ, ਕੀ ਸਾਨੂੰ ਉਹ ਰਸ ਦੀ ਪ੍ਰਾਪਤੀ ਹੋਈ, ਕੀ ਸਾਨੂੰ ਉਹ ਆਨੰਦ ਦੀ ਪ੍ਰਾਪਤੀ ਹੋਈ। ਗੁਰਮੁਖ ਪਿਆਰਿਓ, ਸਤਿਗੁਰੂ ਗੁਰਬਾਣੀ ਦੁਆਰਾ ਸਾਨੂੰ ਸਮਝਾ ਰਹੇ ਨੇ ਵੀ ਆਪਾਂ ਵਿਚਾਰਨਾ ਸੀ ਆਪਣੇ ਜੀਵਨ ਨੂੰ। ਸਤਿਗੁਰੂ ਦੀ ਬਾਣੀ ਦੁਆਰਾ ਗੁਰਮੁਖੋ ਗਿਆਨ ਦੀ ਵਿਚਾਰ ਕਰਨੀ ਸੀ, ਪਰ ਅਸੀਂ ਗਿਆਨ ਲੈ ਕੇ ਚੱਲ ਪਏ ਗੁਰਮੁਖ ਪਿਆਰਿਓ ਬਾਹਰਲਾ। ਅੱਜ ਆਪਾਂ ਕਿਸੇ ਨੂੰ ਵੀ ਪੁੱਛੀਏ ਕਿ ਤੁਹਾਡਾ ਘਰ ਕਿਹੜਾ ਹੈ ਜੀ, ਉਹ ਘਰ ਦਾ ਐਡਰੈਸ ਸਾਨੂੰ ਦੱਸ ਦੇਣਗੇ ਕਿ ਸਾਡਾ ਘਰ ਇਸ ਕਲੋਨੀ ਵਿੱਚ, ਇਸ ਸ਼ਹਿਰ ਵਿੱਚ, ਇਸ ਥਾਂ ਤੇ ਹੈ ਜੀ। ਕਿਸੇ ਨੂੰ ਪੁੱਛੀਏ ਵੀ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਘਰ ਕਿਹੜਾ ਹੈ, ਤੁਸੀਂ ਖਾਂਦੇ ਪੀਂਦੇ ਕੀ ਹੋ, ਤੁਸੀਂ ਪਹਿਨਦੇ ਕੀ ਹੋ, ਤੁਸੀਂ ਧਨ ਦੌਲਤ ਕਿੰਨਾ ਕੁ ਕਮਾ ਲੈਂਦੇ ਹੋ, ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਕੁ ਮੈਂਬਰ ਰਹਿੰਦੇ ਨੇ। ਕਿਸੇ ਨੂੰ ਪੁੱਛੀਏ ਬੜੀ ਜਲਦੀ ਜਵਾਬ ਦੇ ਦਿੰਦੇ ਗੁਰਮੁਖੋ।
ਪਰ ਜੇਕਰ ਪੁੱਛਿਆ ਜਾਏ ਕਿ ਸਾਡੇ ਮਨ ਦੀ ਪਹਿਚਾਣ ਕੀ ਹੈ, ਇਹਦਾ ਗਿਆਨ ਨਹੀਂ ਗੁਰਮੁਖ ਪਿਆਰਿਓ ਰਿਹਾ। ਭਾਵੇਂ ਪੜ੍ਹ ਹਰ ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹ ਰਹੇ ਹਾਂ, ਸੁਣ ਵੀ ਰਹੇ ਹਾਂ, ਪੜ੍ਹ ਵੀ ਰਹੇ ਹਾਂ ਕਿ ਇਸ ਮਨ ਦੀ ਪਹਿਚਾਣ ਕੀ ਹੈ, ਇਹ ਮਨ ਸਾਡੀ ਦੇਹੀ ਵਿੱਚ ਕਾਇਆ ਵਿੱਚ ਕਿੱਥੇ ਰਹਿੰਦਾ ਹੈ, ਇਸ ਮਨ ਦੀ ਖੁਰਾਕ ਕੀ ਹੈ, ਸਤਿਗੁਰੂ ਗੁਰਬਾਣੀ 'ਚ ਦੱਸ ਰਹੇ ਨੇ। ਇਸ ਮਨ ਦਾ ਘਰ ਕਿਹੜਾ ਹੈ, ਸਤਿਗੁਰੂ ਗੁਰਬਾਣੀ 'ਚ ਗੁਰਮੁਖੋ ਸਾਨੂੰ ਗਿਆਨ ਦੇ ਰਹੇ ਨੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਗੁਰਮੁਖੋ ਆਪਾਂ ਵਿਚਾਰਾਂਗੇ, ਖੋਜਾਂਗੇ, ਤੇ ਸਾਨੂੰ ਗਿਆਨ ਆਏਗਾ ਕਿ ਅਸੀਂ ਕੌਣ ਹਾਂ ਤੇ ਕਿੱਥੋਂ ਆਏ ਹਾਂ। ਜੋ ਪਾਤਸ਼ਾਹ ਗੁਰਬਾਣੀ 'ਚ ਸਾਨੂੰ ਸਮਝਾਉਂਦੇ ਨੇ, ਸੁਨਹੁ ਰੇ ਤੂੰ ਕੌਣ ਕਹਾਂ ਤੇ ਆਇਓ। ਮਹਾਰਾਜ ਜੀ ਕਹਿੰਦੇ, ਸੁਨਹੁ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੈ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਮਹਾਰਾਜ ਜੀ ਕਹਿੰਦੇ ਵੀ ਸੁਣੋ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਅਸੀਂ ਗੁਰਮੁਖੋ ਆਪਣੀ ਪਹਿਚਾਣ ਭੁੱਲ ਗਏ। ਅਸੀਂ ਇਹ ਸੰਸਾਰ ਵਿੱਚ ਆਣ ਕੇ ਉਹ ਗਿਆਨ ਭੁੱਲ ਗਏ, ਉਹ ਸੋਝੀ ਭੁੱਲ ਗਏ, ਉਹ ਮਤ ਭੁੱਲ ਗਏ, ਔਰ ਗਿਆਨ ਨੂੰ ਭੁਲਾ ਕੇ ਅਸੀਂ ਸਮਝ ਬੈਠੇ ਹਾਂ ਆਪਣੇ ਆਪ ਨੂੰ ਇੱਕ ਸਰੀਰ। ਅਸੀਂ ਮੰਨੇ ਬੈਠੇ ਹਾਂ ਆਪਣੇ ਆਪ ਨੂੰ ਇੱਕ ਸਰੀਰ। ਪਰ ਤੀਸਰੇ ਪਾਤਸ਼ਾਹ ਹਰ ਰੋਜ਼ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਇਹ ਸਰੀਰ ਤਾਂ ਸੰਸਾਰ ਵਿੱਚ ਤੁਹਾਡਾ ਆਇਆ ਹੈ, ਅੰਦਰ ਨਿਰੰਕਾਰ ਪਿਤਾ ਪਰਮਾਤਮਾ ਵਾਹਿਗੁਰੂ ਨੇ ਤੁਹਾਡੇ ਜੋਤ ਧਰੀ ਹੈ। ਅੰਦਰ ਨਿਰੰਕਾਰ ਨੇ ਜੋਤ ਧਰੀ ਹੈ, ਤਾਂ ਤੁਸੀਂ ਸੰਸਾਰ ਵਿੱਚ ਆਏ ਹੋ, ਤਾਂ ਤੁਹਾਡਾ ਸਰੀਰ ਸੰਸਾਰ ਵਿੱਚ ਆਇਆ ਹੈ। ਜੋ ਤੀਸਰੇ ਪਾਤਸ਼ਾਹ ਹਰ ਰੋਜ਼ ਆਨੰਦ ਸਾਹਿਬ ਦੀ ਪਾਵਨ ਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਸਤਿਗੁਰੂ ਜੀ ਕਹਿੰਦੇ, ਅੰਦਰ ਵਾਹਿਗੁਰੂ ਨਿਰੰਕਾਰ ਨੇ ਜੋਤ ਧਰੀ। ਜਦੋਂ ਨਿਰੰਕਾਰ ਨੇ ਸਾਡੇ ਅੰਦਰ ਜੋਤ ਧਰੀ, ਤਾਂ ਪਾਤਸ਼ਾਹ ਕਹਿੰਦੇ ਸਾਡਾ ਸਰੀਰ ਸੰਸਾਰ ਵਿੱਚ ਆਇਆ। ਪਰ ਅਸੀਂ ਸੰਸਾਰ ਵਿੱਚ ਆ ਕੇ ਆਪਣੇ ਆਪ ਨੂੰ ਮੰਨ ਬੈਠੇ ਗੁਰਮੁਖੋ ਸਰੀਰ ਇੱਕ, ਸਮਝ ਬੈਠੇ ਸਰੀਰ, ਸਮਝ ਬੈਠੇ ਵੀ ਅਸੀਂ ਤਨ ਕਰਕੇ ਹਾਂ, ਸਰੀਰ ਕਰਕੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ, ਭਾਈ ਤੁਸੀਂ ਤਨ ਕਰਕੇ ਨਹੀਂ, ਤੁਸੀਂ ਸਰੀਰ ਕਰਕੇ ਨਹੀਂ, ਤੁਸੀਂ ਮਨ ਕਰਕੇ ਹੋ। ਤੁਸੀਂ ਆਪਣੇ ਮਨ ਦੀ ਪਹਿਚਾਣ ਕਰਨੀ ਸੀ। ਪਰ ਗੁਰਮੁਖ ਪਿਆਰਿਓ, ਗਿਆਨ ਨਾ ਹੋਣ ਕਰਕੇ ਅਸੀਂ ਆਪਣੇ ਮਨ ਦੀ ਪਹਿਚਾਣ ਭੁੱਲ ਗਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੁਆਰਾ ਸਾਨੂੰ ਸਾਡੇ ਮਨ ਦੀ ਪਹਿਚਾਣ ਕਰਾਉਂਦੇ ਨੇ। ਪਾਤਸ਼ਾਹ ਜੀ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਨੂੰ ਕਹਿੰਦੇ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਦੀ ਪਹਿਚਾਣ ਕਰ। ਤੂੰ ਕਿੱਥੋਂ ਆਇਆ ਸੰਸਾਰ ਵਿੱਚ, ਕਿਵੇਂ ਆਇਆ ਤੇ ਕਿੱਥੇ ਜਾਣਾ। ਇਹ ਗੁਰਮੁਖੋ ਸਾਰਾ ਗਿਆਨ ਸਾਡਾ ਮਨ ਸੰਸਾਰ 'ਚ ਭੁੱਲ ਗਿਆ। ਇਹ ਸਾਨੂੰ ਸੋਝੀ ਨਾ ਮਨ ਦੀ ਰਹੀ। ਇਹ ਮਨ ਦਾ ਜਿਹੜਾ ਗਿਆਨ ਸੀ, ਅੱਜ ਸਾਰਾ ਸੰਸਾਰ ਆਪਾਂ ਦੇਖਾਂਗੇ। ਜਿਸ ਵੀ ਇਨਸਾਨ ਨੂੰ ਆਪਾਂ ਪੁੱਛੀਏ ਵੀ ਸੁਣਾਓ ਜੀ ਕੀ ਹਾਲ ਹੈ, ਹਰੇਕ ਜੀਵ ਕਹਿ ਦਿੰਦਾ ਵੀ ਬੜੇ ਦੁਖੀ ਹਾਂ ਜੀ। ਕਿਹਦੇ ਤੋਂ ਦੁਖੀ ਹੋ ਜੀ? ਆਪਣੇ ਮਨ ਤੋਂ। ਬਾਣੀ ਪੜ੍ਹਦੇ ਹਾਂ ਜੀ, ਸਾਡਾ ਮਨ ਨਹੀਂ ਟਿਕਦਾ। ਗੁਰੂ ਘਰ ਜਾਂਦੇ ਹਾਂ ਜੀ, ਸਾਡਾ ਮਨ ਨਹੀਂ ਟਿਕਦਾ। ਸੇਵਾ ਵੀ ਬੜੀ ਕਰਦੇ ਹਾਂ, ਦਾਨ ਪੁੰਨ ਵੀ ਬੜੇ ਕਰਦੇ ਹਾਂ ਜੀ, ਪਰ ਮਨ ਨੂੰ ਸੁਖ, ਮਨ ਨੂੰ ਸ਼ਾਂਤੀ, ਮਨ ਨੂੰ ਟਿਕਾਓ ਨਹੀਂ ਮਿਲਦਾ ਜੀ। ਤੇ ਗੁਰਮੁਖ ਪਿਆਰਿਓ, ਉਹ ਤਰੀਕਾ, ਉਹ ਜੁਗਤੀ ਜਦੋਂ ਅਪਣਾਵਾਂਗੇ ਤੇ ਤਾਂ ਹੀ ਮਨ ਟਿਕੇਗਾ। ਜੇ ਮਨ ਦਾ ਗਿਆਨ ਸਤਿਗੁਰ ਦੀ ਬਾਣੀ ਤੋਂ ਪ੍ਰਾਪਤ ਕਰਾਂਗੇ ਵੀ ਮਨ ਹੈ ਕੀ, ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਗਿਆਨ ਦੇਣਗੇ, ਮਨ ਤੂੰ ਜੋਤ ਸਰੂਪ ਹੈ। ਮਨ ਸਾਡਾ ਜੋਤ ਰੂਪ ਹੈ। ਤੇ ਜੋਤ ਕਿੱਥੇ ਧਰੀ, ਉਹ ਤੀਸਰੇ ਪਾਤਸ਼ਾਹ ਸਾਨੂੰ ਰੋਜ਼ ਦੱਸਦੇ ਨੇ ਗੁਰਮੁਖ। ਬੜੇ ਸਾਰੇ ਜੀਵ ਐਸੇ ਮਿਲਦੇ ਨੇ, ਆਂਦੇ ਜੀ ਬੜੇ ਚਿਰ ਹੋ ਗਏ ਬਾਣੀ ਪੜ੍ਹ ਰਹੇ ਹਾਂ, ਪਰ ਜੇ ਉਹਨਾਂ ਨੂੰ ਪੁੱਛੀਏ ਵੀ ਸਤਿਗੁਰੂ ਹਰ ਰੋਜ਼ ਗੁਰਬਾਣੀ ਅੰਦਰ ਸਾਨੂੰ ਗਿਆਨ ਦਿੰਦੇ ਹਨ ਕਿ ਆਪਣੇ ਇਸ ਦੇਹੀ ਦੇ ਅੰਦਰ ਮਨ ਕਿੱਥੇ ਬੈਠਾ ਹੈ, ਇਸ ਕਾਇਆ ਵਿੱਚ ਸਾਡੇ ਮਨ ਕਿੱਥੇ ਰਹਿੰਦਾ ਹੈ, ਇਸ ਕਾਇਆ ਵਿੱਚ ਸਾਡੇ ਅੰਦਰ ਨਾਮ ਕਿੱਥੇ ਰੱਖਿਆ, ਪਾਤਸ਼ਾਹ ਜੀ ਬਾਣੀ ਵਿੱਚ ਦੱਸ ਰਹੇ ਨੇ, ਗਿਆਨ ਦੇ ਰਹੇ ਨੇ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸਾਡੀ ਦੇਹੀ 'ਚ ਨਾਮ ਦਾ ਵਿਸ਼ਰਾਮ ਕੀਤਾ ਗਿਆ। ਦੇਹੀ 'ਚ ਕਿੱਥੇ ਨਾਮ ਰੱਖਿਆ? ਗੁਰਮੁਖੋ, ਇਹ ਖੋਜ ਹੈ ਸਾਰੀ। ਤਾਂ ਹੀ ਮਹਾਰਾਜ ਜੀ ਨੇ ਸਾਨੂੰ ਹੁਕਮ ਲਾਇਆ, ਤਾਂ ਹੀ ਸਾਨੂੰ ਉਹਨਾਂ ਨੇ ਸੋਝੀ ਦਿੱਤੀ ਹੈ ਵੀ ਤੁਸੀਂ ਕਾਇਆ ਦੀ ਖੋਜ ਕਰਿਆ ਜੇ। ਗੁਰਮੁਖ ਹੋਵੇ
ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ। ਜਿਹੜੇ ਗੁਰਮੁਖ ਹੁੰਦੇ ਨੇ ਪਾਤਸ਼ਾਹ ਜੀ ਕਹਿੰਦੇ ਉਹ ਕਾਇਆ ਦੀ ਖੋਜ ਕਰਦੇ ਨੇ। ਜਦੋਂ ਪਾਤਸ਼ਾਹ ਕਹਿੰਦੇ ਉਹ ਕਾਇਆ ਦੀ ਖੋਜ ਕਰ ਲੈਂਦੇ ਨੇ, ਖੋਜ ਕਰਕੇ ਇਸ ਕਾਇਆ ਦੇ ਵਿੱਚੋਂ ਅੰਦਰੋਂ ਹੀ ਪ੍ਰਾਪਤੀ ਕਰ ਲੈਂਦੇ ਨੇ। ਕਿਉਂਕਿ ਸਭ ਕੁਝ ਨਾਮ ਵੀ ਸਾਡੀ ਕਾਇਆ ਵਿੱਚ ਰੱਖਿਆ ਹੈ, ਅੰਮ੍ਰਿਤ ਰਸ ਸਾਡੇ ਮਨ ਦੀ ਖੁਰਾਕ ਵੀ ਮਹਾਰਾਜ ਜੀ ਕਹਿੰਦੇ ਕਾਇਆ ਵਿੱਚ ਰੱਖੀ ਹੈ। ਜਿਹਨੂੰ ਮਹਾਰਾਜ ਜੀ ਕਹਿੰਦੇ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਐ ਪਨਿਹਾਰੀ। ਨਾਮ ਵੀ ਦੇਹ ਵਿੱਚ, ਪਾਤਸ਼ਾਹ ਜੀ ਕਹਿੰਦੇ ਉਹ ਅੰਮ੍ਰਿਤ ਰਸ ਸਾਡੇ ਮਨ ਦੀ ਖੁਰਾਕ ਵੀ ਇਸ ਦੇਹ ਵਿੱਚ, ਇਸੇ ਦੇਹੀ ਦੇ ਅੰਦਰ ਗੁਰਮੁਖ ਪਿਆਰਿਓ ਸਾਡੇ ਮਨ ਵੀ ਬੈਠਾ। ਤੇ ਮਨ ਕਿੱਥੇ ਹੈ? ਮਨ ਜੋਤ ਰੂਪ ਹੈ। ਤੇ ਤੀਸਰੇ ਪਾਤਸ਼ਾਹ ਕਹਿੰਦੇ ਜੋਤ ਕਿੱਥੇ ਧਰੀ? ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਨੇਤਰਾਂ ਵਿੱਚ ਪਾਤਸ਼ਾਹ ਕਹਿੰਦੇ ਜੋਤ ਧਰੀ ਹੈ। ਜਦੋਂ ਨੇਤਰ ਖੋਲਦੇ ਹਾਂ ਤੇ ਗੁਰਮੁਖੋ ਸੰਸਾਰ ਦਿਸਣ ਲੱਗ ਪੈਂਦਾ। ਇਹ ਸੰਸਾਰ ਨੂੰ ਅਸੀਂ ਦੇਖਣ ਲੱਗ ਪੈਂਦੇ ਹਾਂ। ਇਹ ਨੇਤਰ ਖੋਲਣ ਦੇ ਨਾਲ ਸੰਸਾਰ ਦਿਸਣ ਲੱਗ ਪੈਂਦਾ। ਤੇ ਗੁਰਮੁਖ ਪਿਆਰਿਓ ਸਾਡਾ ਮਨ ਇਸ ਸੰਸਾਰ ਵਿੱਚ ਆਣ ਕੇ ਗਿਆਨ ਭੁੱਲ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਗੁਰਬਾਣੀ ਦੁਆਰਾ? ਜੇਕਰ ਤੁਸੀਂ ਇਹ ਗਿਆਨ ਪਾਤਸ਼ਾਹ ਕਹਿੰਦੇ ਲੈਣਾ ਚਾਹੁੰਦੇ ਹੋ, ਜੇਕਰ ਆਪਣੇ ਆਪ ਦੀ ਸੋਝੀ ਤੁਸੀਂ ਲੈਣਾ ਚਾਹੁੰਦੇ ਹੋ, ਆਪਣੇ ਆਪ ਦੀ ਪਹਿਚਾਣ ਕਰਨਾ ਚਾਹੁੰਦੇ ਹੋ, ਔਰ ਗਿਆਨ ਲੈ ਕੇ ਜੇਕਰ ਤੁਸੀਂ ਧਿਆਨ ਵਿੱਚ ਜਾਣਾ ਚਾਹੁੰਦੇ ਹੋ ਕਿ ਕਿੱਥੇ ਧਿਆਨ ਲਾਈਏ, ਉਹ ਕਿਵੇਂ ਧਿਆਨ ਲਾਈਏ ਜਿਸ ਧਿਆਨ ਨੂੰ ਲਾਉਣ ਦੇ ਨਾਲ ਦੁਬਾਰਾ ਧਿਆਨ ਨਾ ਪਾਤਸ਼ਾਹ ਕਹਿੰਦੇ ਧਰਨਾ ਪਵੇ। ਮਹਾਰਾਜ ਜੀ ਕਹਿੰਦੇ ਨਾ ਗੁਰਬਾਣੀ ਅੰਦਰ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਮਹਾਰਾਜ ਜੀ ਕਹਿੰਦੇ ਉਹ ਧਿਆਨ ਕਿੱਥੇ ਲਾਈਏ? ਤੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਗਿਆਨ, ਫਿਰ ਗਿਆਨ ਤੋਂ ਧਿਆਨ, ਜਦੋਂ ਧਿਆਨ ਵਿੱਚ ਚੱਲੇ ਗਏ ਫਿਰ ਗੁਰਮੁਖੋ ਸਾਡੀ ਤਤ ਬੁੱਧ ਹੋ ਜਾਣੀ। ਤੇ ਆਓ ਕਿਵੇਂ ਗਿਆਨ ਦੇ ਵਿੱਚ ਜਾਣਾ, ਗਿਆਨ ਕਿਵੇਂ ਆਉਣਾ ਸਾਨੂੰ ਸਾਰਾ ਇਹ ਪਾਤਸ਼ਾਹ ਦੀ ਬਾਣੀ ਦਾ, ਕਿਵੇਂ ਫਿਰ ਧਿਆਨ ਵਿੱਚ ਜਾਣਾ, ਕਿਵੇਂ ਸਾਡੀ ਤਤ ਬੁੱਧ ਹੋਣੀ। ਆਓ ਜੋ ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਸਾਨੂੰ ਦੱਸ ਰਹੇ ਨੇ ਕਿ ਕਿਵੇਂ ਤੁਹਾਨੂੰ ਗਿਆਨ ਆ ਸਕਦਾ। ਮਹਾਰਾਜ ਜੀ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭੂ ਦੇ ਸਿਮਰਨ ਦੁਆਰਾ ਸਾਨੂੰ ਗਿਆਨ ਆ ਸਕਦਾ ਹੈ, ਗਿਆਨ ਤੋਂ ਧਿਆਨ, ਧਿਆਨ ਤੋਂ ਫਿਰ ਸਾਡੀ ਤਤ ਬੁੱਧ ਹੋ ਸਕਦੀ ਹੈ। ਆਓ ਫਿਰ ਗੁਰਮੁਖ ਪਿਆਰਿਓ ਆਪਾਂ 2 ਮਿੰਟ ਸਾਰੇ ਉਹ ਤਰੀਕਾ ਸਿੱਖ ਲਈਏ ਕਿ ਕਿਵੇਂ ਪ੍ਰਭੂ ਦਾ ਸਿਮਰਨ ਅਸੀਂ ਕਰਨਾ, ਕਿਵੇਂ ਉਸ ਮਾਲਕ ਨਿਰੰਕਾਰ ਦੇ ਨਾਮ ਨੂੰ ਜਪਣਾ। ਮਹਾਰਾਜ ਜੀ ਨੇ ਗਿਆਨ ਦਿੱਤਾ, ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ, ਗੁਰਮੁਖ ਅਕਤ ਕਹਾਣੀ। ਧੁਨ ਕਹਿੰਦੇ ਸਾਡੀ ਆਵਾਜ਼, ਆਵਾਜ਼ ਵਿੱਚ ਧਿਆਨ ਰੱਖ ਕੇ ਜਦੋਂ ਆਪਾਂ ਸ਼ਬਦ ਦਾ ਅਭਿਆਸ, ਗੁਰਮੰਤਰ ਦਾ ਅਭਿਆਸ ਕਰਾਂਗੇ, ਨੇਤਰਾਂ ਨੂੰ ਬੰਦ ਕਰਕੇ ਜਦੋਂ ਅਸੀਂ ਰਸਨਾ ਦੁਆਰਾ ਜਪਾਂਗੇ ਵਾਹਿਗੁਰੂ ਗੁਰਮੰਤਰ ਨੂੰ, ਤੇ ਪਾਤਸ਼ਾਹ ਜੀ ਕਹਿੰਦੇ ਧਿਆਨ ਕਿੱਥੇ ਰੱਖਿਆ ਜੇ? ਬੜਾ ਜ਼ਰੂਰੀ ਹੈ ਗੁਰਮੁਖੋ ਧਿਆਨ, ਕਿਉਂਕਿ ਇਹ ਧਿਆਨ ਬਾਹਰ ਸੰਸਾਰ ਵਿੱਚ ਸਾਡਾ ਫੈਲਿਆ ਹੋਇਆ ਹੈ। ਅਸੀਂ ਬਾਹਰ ਸੰਸਾਰ ਵਿੱਚ ਧਿਆਨ ਲਾ ਕੇ ਦੇਖ ਰਹੇ ਹਾਂ, ਪਰ ਆਪਣੇ ਅੰਦਰ ਕਦੀ ਧਿਆਨ ਲਾ ਕੇ ਨਹੀਂ ਦੇਖਿਆ, ਆਪਣੇ ਅੰਦਰ ਕਦੀ ਵਿਚਾਰ ਕੇ ਨਹੀਂ ਦੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਹਰ ਤਾਂ ਕੁਝ ਹੈ ਨਹੀਂ, ਸਾਰਾ ਕੁਝ ਤੇਰੇ ਅੰਦਰ ਰੱਖਿਆ ਸੀ, ਪਰ ਅੰਦਰ ਕਦੀ ਗਏ ਨਾ ਤੇ ਪ੍ਰਾਪਤੀ ਗੁਰਮੁਖ ਹੋਈ ਨਾ। ਇਸ ਕਰਕੇ ਮਹਾਰਾਜ ਜੀ ਸਮਝਾ ਰਹੇ ਹਨ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਸੋ ਆਓ ਫਿਰ ਗੁਰਮੁਖੋ ਧੁਨ ਵਿੱਚ ਧਿਆਨ ਰੱਖ ਕੇ ਆਪਾਂ ਸਾਰਿਆਂ ਨੇ ਨੇਤਰਾਂ ਨੂੰ ਬੰਦ ਕਰਕੇ ਰਸਨਾ ਦੇ ਨਾਲ ਜਪਣਾ ਵਾਹਿਗੁਰੂ ਗੁਰਮੰਤਰ ਨੂੰ, ਤੇ ਧਿਆਨ ਰੱਖਣਾ ਗੁਰਮੁਖੋ ਆਪਣੀ ਆਵਾਜ਼ ਨੂੰ ਸੁਣਨ ਦੇ ਵਿੱਚ। ਆਓ ਸਾਰੀ ਸੰਗਤ ਆਪਾਂ 2 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਸਿੱਖੀਏ ਤਰੀਕਾ ਜੁਗਤੀ ਵਿਧੀ ਜੋ ਮਾਰੇ ਗੁਰਬਾਣੀ ਚ ਦੱਸ ਰਹੇ ਨੇ। ਆਓ ਸਾਰੀ ਸੰਗਤ ਮਿਲ ਕੇ ਆਪਾਂ ਜਪੀਏ। ਸਾਰੀ ਸੰਗਤ ਕਰੋ ਕਿਰਪਾ ਜੀ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖੋ ਜਦੋਂ ਆਪਾਂ ਆਪਣੀ ਆਵਾਜ਼ ਵਿੱਚ ਧਿਆਨ ਰੱਖਾਂਗੇ, ਆਵਾਜ਼ ਵਿੱਚ ਧਿਆਨ ਰੱਖ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਮਨ ਨੂੰ ਗਿਆਨ ਆਏਗਾ। ਜਿਹੜਾ ਇਹ ਧਿਆਨ ਸਾਡਾ ਮਨ, ਸਾਡਾ ਸੁਰਤ ਸਾਡੀ ਗੁਰਮੁਖ ਪਿਆਰਿਓ ਭਟਕ ਰਹੀ ਹੈ ਦਸੇ ਦਿਸ਼ਾਵਾਂ ਦੇ ਵਿੱਚ, ਭਰਮ ਵਿੱਚ ਪੈ ਕੇ ਮਾਇਆ ਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੁਰਤ ਸਾਡੀ ਇਕਾਗਰ ਹੋ ਜਾਏਗੀ, ਸਾਡਾ ਮਨ ਇਕਾਗਰ ਹੋ ਜਾਏਗਾ, ਧਿਆਨ ਇਕਾਗਰ ਹੋ ਜਾਏਗਾ ਤੇ ਗੁਰਮੁਖ ਪਿਆਰਿਓ ਜੋ ਸਾਡੇ ਸਾਰਿਆਂ ਅੰਦਰ ਉਹ ਨਾਦ, ਉਹ ਸ਼ਬਦ ਚੱਲ ਰਿਹਾ, ਜਿਹੜੀ ਆਪਾਂ ਵਿਚਾਰ ਆਰੰਭ ਕੀਤੀ ਸੀ, ਜਿੱਥੇ ਪਹੁੰਚ ਕੇ ਸਾਡੇ ਮਨ ਨੂੰ ਆਨੰਦ ਦੀ ਪ੍ਰਾਪਤੀ ਹੋਣੀ ਹੈ, ਗੁਰਮੁਖ ਪਿਆਰਿਓ ਸਾਡੀ ਸੁਰਤੀ ਨੇ ਉਸ ਆਨੰਦ ਵਿੱਚ ਪਹੁੰਚ ਜਾਣਾ, ਉਸ ਸ਼ਬਦ ਨੂੰ ਪਕੜ ਲੈਣਾ। ਸਾਡੀ ਸੁਰਤੀ ਨੇ ਗੁਰਮੁਖ ਪਿਆਰਿਓ, ਜਿਹੜੀ ਸੁਰਤੀ ਹੁਣ ਵਿਚਾਰਾਂ ਫੁਰਨਿਆਂ ਸੋਚਾਂ ਵਿੱਚ ਭੱਜੀ ਫਿਰਦੀ ਹੈ, ਕਿਉਂਕਿ ਪਾਤਸ਼ਾਹ ਜੀ ਕਹਿੰਦੇ ਭਰਮ ਵਿੱਚ ਪਿਆ। ਜੋ ਪੰਜਵੇਂ ਪਾਤਸ਼ਾਹ ਦੱਸਦੇ ਨੇ, ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਇਹ ਸਾਡੇ ਮਨ ਦੀ ਅਵਸਥਾ, ਇਹ ਹਾਲਤ ਹੈ ਤੇ ਗੁਰਮੁਖੋ ਖੋਜ ਕਰੀਏ ਪਾਤਸ਼ਾਹ ਜੀ ਦੀ ਬਾਣੀ ਦੁਆਰਾ, ਜੀਵਨ ਦਾ ਲਾਹਾ ਕੱਟੀਏ। ਸੋ ਇਹ ਉਦਮ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਰੌਲੀ ਰੋਡ ਮੋਗਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ ਨੇ, ਗੁਰਮੁਖ ਪਿਆਰਿਓ ਇਹ ਘਰ ਘਰ ਵਿੱਚ ਇਸ ਗਿਆਨ ਨੂੰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਇਸੇ ਯਤਨ ਦੇ ਤਹਿਤ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੇ ਅੰਦਰ ਗੁਰਮੁਖ ਪਿਆਰਿਓ ਮਿਤੀ 5 ਸਤੰਬਰ ਦਿਨ ਐਤਵਾਰ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਮਤਿ ਸਮਾਗਮ ਰੱਖੇ ਗਏ ਨੇ, ਜਿਸ ਵਿੱਚ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਦੇ ਸਿੱਖਿਆਰਥੀ, ਢਾਡੀ ਜਥੇ, ਕੀਰਤਨ, ਕਵੀਸ਼ਰੀ ਔਰ ਵਿਸ਼ੇਸ਼ ਤੌਰ ਤੇ ਜੋ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਦੇ ਬਾਨੀ ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਔਰ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਧਰਮਾਲਾ ਜੀ ਵਿਸ਼ੇਸ਼ ਤੌਰ ਤੇ ਗੁਰਮੁਖ ਪਿਆਰਿਓ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ 'ਚ ਗੁਰਮੁਖ ਪਿਆਰਿਓ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਨਾ। ਇੰਨੀਆਂ ਬੇਨਤੀਆਂ ਗੁਰਮੁਖ ਪਿਆਰਿਓ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਆਪ ਸਾਰੀ ਸੰਗਤ ਦਾ, ਗੁਰਦੁਆਰਾ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬਾਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਸ਼ ਕੀਤਾ। ਅੰਤ ਵਿੱਚ ਗੁਰਮੁਖ ਪਿਆਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਤੁਮ ਸਭ ਸਾਜੇ ਸਾਜ ਨਿਵਾਜੇ, ਜਿਉ ਪਿੰਡ ਦੇ ਪ੍ਰਾਨਾ।